ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 71ਵੇਂ ਸ਼ਬਦ ਦੇ ਪਹਿਲੇ ਪਾਠ ਦਾ ਭਾਗ ਦੀ ਵਾਰੀ ਹੈ ਜੀ। ਮਹੱਲਾ ਪੰਜਵਾਂ। ਰਾਗ ਗੌੜੀ ਗੁਆਰਰੀ ਚੌਪਦੀ। ਏਕ ਓਂਕਾਰ ਸਤਿਗੁਰੂ ਪ੍ਰਸਾਦ। ਕਿਨ ਬਿਦ ਕੁਸਲ ਹੋਤ ਮੇਰੇ ਭਾਈ। ਕਿਉ ਪਾਈਏ ਹਰ ਰਾਮ ਸਹਾਈ ਰਹਾਓ। ਕੁਸਲ ਨ ਗ੍ਰਹਿ ਮੇਰੀ ਸਭ ਮਾਇਆ। ਉੱਚੇ ਮੰਦਰ ਸੁੰਦਰ ਛਾਇਆ। ਝੂਠੇ ਲਾਲਚ ਜਨਮ ਗਵਾਇਆ। ਹਸਤੀ ਘੋੜੇ ਦੇਖ ਵਿਗਾਸਾ। ਲਸਕਰ ਜੋੜੇ ਨੇਬ ਖਵਾਸਾ। ਗਲ ਜੇਵੜੀ ਹਉਮੈ ਕੇ ਫਾਸਾ। ਰਾਜ ਕਮਾਵੇ ਦੈ ਦਿਸ ਸਾਰੀ। ਮਾਣੇ ਰੰਗ ਭੋਗ ਬਹੁ ਨਾਰੀ। ਜਿਉ ਨਰਪਤ ਸੁਪਨੇ ਪੈ ਖਾਰੀ। ਏਕ ਕੁਸਲ ਮੋਹ ਕਿਉ ਸਤਿਗੁਰ ਬਤਾਇਆ। ਹਰ ਜੋ ਕੁਛ ਕਰੇ ਸੋ ਹਰ ਕਿਆ ਭਗਤਾਂ ਪਾਇਆ। ਜਨ ਨਾਨਕ ਹਉਮੈ ਮਾਰ ਸਮਾਇਆ। ਇਨ ਬਿਦ ਕੁਸਲ ਹੋਤ ਮੇਰੇ ਭਾਈ। ਇਉ ਪਾਈਏ ਹਰ ਰਾਮ ਸਹਾਈ ਰਹਾਓ ਦੂਜਾ। ਜਨ ਨਾਨਕ ਹਉਮੈ ਮਾਰ ਸਮਾਇਆ। ਇਨ ਬਿਦ ਕੁਸਲ ਹੋਤ ਮੇਰੇ ਭਾਈ। ਇਉ ਪਾਈਏ ਹਰ ਰਾਮ ਸਹਾਈ ਰਹਾਓ ਦੂਜਾ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਸਵਾਲ ਕਰਦੇ ਹਨ ਕਿ ਹੇ ਮੇਰੇ ਵੀਰ, ਆਤਮਿਕ ਸੁੱਖ ਆਨੰਦ ਕਿਸ ਤਰੀਕੇ ਨਾਲ ਪ੍ਰਾਪਤ ਹੁੰਦਾ ਹੈ ਜੀ, ਅਤੇ ਸਹਾਇਤਾ ਕਰਨ ਵਾਲਾ ਪਰਮੇਸ਼ਰ ਰਾਮ ਕਿਵੇਂ ਪ੍ਰਾਪਤ ਹੁੰਦਾ ਹੈ ਜੀ। ਫਿਰ ਗੁਰੂ ਜੀ ਉੱਤਰ ਵਿੱਚ ਦੱਸਦੇ ਹਨ, ਹੇ ਭਾਈ, ਗ੍ਰਹਿਸਤ ਵਿੱਚ ਵਿਚਰਦਿਆਂ ਜੋ ਇਹ ਗੱਲ ਆਖਦਾ ਹੈ ਕਿ ਸਾਰੀ ਮਾਇਆ ਮੇਰੀ ਹੈ ਜੀ, ਅਤੇ ਇਹ ਛੱਤੇ ਹੋਏ ਉੱਚੇ ਤੇ ਸੁੰਦਰ ਮਕਾਨ ਮਹਿਲ ਘਰ ਮੇਰੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਵਿੱਚ ਸੁੱਖ ਨਹੀਂ ਹੈ ਜੀ। ਇਹ ਤੇ ਟੈਂਪਰੇਰੀ, ਬੜੀ ਥੋੜ੍ਹੀ ਦੇਰ ਦਾ ਸੁੱਖ ਹੈ ਜੀ, ਅਸਲੀ ਸੁੱਖ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਤਰ੍ਹਾਂ ਜੀਵ ਨੇ ਝੂਠੇ ਲਾਲਚ ਵਿੱਚ ਲੱਗ ਕੇ ਆਪਣਾ ਸੁੰਦਰ ਮਨੁੱਖਾ ਜੀਵਨ ਵਿਅਰਥ ਵਿੱਚ ਹੀ ਗਵਾ ਲਿਆ ਹੈ ਜੀ। ਭਾਵ ਝੂਠੇ ਵਿਕਾਰਾਂ ਵਿੱਚ ਹੀ ਜੀਵਨ ਗਵਾ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਵੀਰ, ਜਿਹੜਾ ਦਸਾਂ ਦਿਸ਼ਾਵਾਂ ਵਿੱਚ ਅਰਥਾਤ ਸਾਰੀ ਧਰਤੀ 'ਤੇ ਰਾਜ ਕਰਦਾ ਹੋਵੇ, ਬਹੁਤ ਰੰਗ ਰਲੀਆਂ ਮਾਣਦਾ ਹੋਵੇ, ਉਸਨੂੰ ਇਉਂ ਜਾਣੋ ਜਿਵੇਂ ਕੋਈ ਰਾਜਾ ਸੁਪਨੇ ਵਿੱਚ ਭਿਖਾਰੀ ਭਾਵ ਮੰਗਤਾ ਬਣ ਜਾਂਦਾ ਹੈ ਜੀ। ਭਾਵ ਇਹ ਬਾਹਰੀ ਸੁੱਖ ਇੱਕ ਸੁਪਨੇ ਦੀ ਨਿਆਈ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਵੀਰ, ਗੁਰਸ਼ਬਦ ਗੁਰਬਾਣੀ ਰੂਪ ਸਤਿਗੁਰ ਨੇ ਮੈਨੂੰ ਇੱਕ ਗੁਰਸ਼ਬਦ ਗੁਰਬਾਣੀ ਨਾਮ ਆਤਮ ਸੁੱਖ ਦੱਸਿਆ ਹੈ ਜੀ। ਉਹ ਇਹ ਹੈ ਕਿ ਪਰਮੇਸ਼ਰ ਹਰੀ ਜੋ ਕੁਝ ਵੀ ਕਰੇ, ਉਹ ਪਰਮੇਸ਼ਰ ਹਰੀ ਦੀਆਂ ਭਗਤਾਂ ਨੂੰ ਹਮੇਸ਼ਾ ਚੰਗਾ ਲੱਗਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰਨ ਵਾਲੇ ਭਗਤਾਂ ਨੇ ਗੁਰਬਾਣੀ ਰਾਹੀਂ ਆਪਣੀ ਹਉਮੈ ਨੂੰ ਮਾਰ ਕੇ ਆਪਣਾ ਆਪ ਪਰਮੇਸ਼ਰ ਹਰੀ ਵਿੱਚ ਲੀਨ ਕਰ ਲਿਆ ਹੈ ਜੀ। ਭਾਵ ਉਹਨਾਂ ਨੂੰ ਅਸਲੀ ਸੁੱਖ ਦਾ ਪਤਾ ਲੱਗ ਗਿਆ ਹੈ ਜੀ, ਅਤੇ ਉਸ ਵਿੱਚ ਆਨੰਦ ਮਾਣ ਰਹੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਵੀਰ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਆਤਮਿਕ ਆਨੰਦ ਸੁੱਖ ਪ੍ਰਾਪਤ ਹੁੰਦਾ ਹੈ ਜੀ, ਅਤੇ ਇਸ ਤਰ੍ਹਾਂ ਸਹਾਇਤਾ ਕਰਨ ਵਾਲਾ ਪਰਮੇਸ਼ਰ ਰਾਮ ਉਸਨੂੰ ਭਾਈ
22 ਦਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਭਾਵਾਂ ਇਸ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ, ਉੱਚੇ ਮੰਦਰ ਸੁੰਦਰ ਛਾਇਆ, ਭਾਵ ਕਿਤਨੇ ਹੀ ਸੁੰਦਰ ਮਹਿਲ, ਉੱਚੇ ਘਰ ਬਣਾ ਕੇ ਉਸ ਵਿੱਚ ਰਹੀਏ ਤਾਂ ਵੀ ਉਹ ਬਾਹਰ ਦੇ ਸੁੱਖ ਹਨ, ਅਸਲੀ ਸੁੱਖ ਨਹੀਂ ਹੈ ਜੀ। ਫਿਰ ਗੁਰੂ ਜੀ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ ਵਿੱਚ ਪ੍ਰਸ਼ਨ ਕਰਦੇ ਹਨ ਜੀ, ਕਿਨ ਬਿਦ ਕੁਸਲ ਹੋਰ ਮੇਰੇ ਭਾਈ, ਕਿਉਂ ਪਾਈਏ ਹਰ ਰਾਮ ਸਹਾਈ। ਅਤੇ ਫਿਰ ਇਹਨਾਂ ਪੰਕਤੀਆਂ ਵਿੱਚ ਉਹਨਾਂ ਦਾ ਜਵਾਬ ਦੱਸਦੇ ਹਨ ਜੀ। ਇਨ ਬਿਦ ਕੁਸਲ ਹੋਤ ਮੇਰੇ ਭਾਈ, ਇਉਂ ਪਾਈਏ ਹਰ ਰਾਮ ਸਹਾਈ। ਗੁਰੂ ਜੀ ਦੱਸਦੇ ਹਨ ਕਿ ਸੰਸਾਰ ਦਾ ਹਰ ਇੱਕ ਜੀਵ ਸੁੱਖ ਅਤੇ ਸਹਾਇਤਾ ਲੈਣ ਲਈ ਚਾਹਵਾਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨੁੱਖ ਆਪਣੀ ਦ੍ਰਿਸ਼ਟੀ ਵਿੱਚ ਮਾਇਆ, ਮਹਿਲ, ਮਾੜੀਆਂ ਅਤੇ ਹੋਰ ਅਨੇਕ ਪ੍ਰਕਾਰ ਦੀਆਂ ਸਮਤਾਵਾਂ, ਐਸ਼ੋ ਆਰਾਮ ਅੰਦਰ ਹੀ ਵੱਡਾ ਸੁੱਖ ਮੰਨੀ ਬੈਠਾ ਹੈ ਜੀ। ਪਰ ਫਿਰ ਗੁਰੂ ਜੀ ਕਹਿੰਦੇ ਹਨ, ਇਹ ਮਾਇਆਵੀ ਸਾਖ ਸੰਬੰਧੀਆਂ ਨੂੰ ਆਪਣਾ ਅਸਲੀ ਸਹਾਇਕ, ਮਦਦਗਾਰ ਸਮਝਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਗੁਰੂ ਸਾਹਿਬ ਨੇ ਰਾਜ, ਸਾਜ ਅਤੇ ਹੋਰ ਮਾਇਕ ਭੋਗਾਂ ਨੂੰ, ਜਿਸ ਤਰ੍ਹਾਂ ਇਸ ਸ਼ਬਦ ਦੀ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ, ਗਲ ਜੇਵੜੀ ਹਉਮੈ ਕੇ ਫਾਸਾ ਹੀ ਦੱਸਿਆ ਹੈ ਜੀ। ਭਾਵ ਇਹ ਬਾਹਰ ਦੇ ਸੁੱਖ ਹਨ ਜੀ। ਇਸ ਤਰ੍ਹਾਂ ਹੈ ਜਿਸ ਤਰ੍ਹਾਂ ਆਪਣੇ ਆਪ ਨੂੰ ਫਾਹੀ ਲਗਾਉਣੀ ਜੀ। ਫਿਰ ਗੁਰੂ ਜੀ ਸਾਨੂੰ ਸ਼ਬਦ ਗੁਰਬਾਣੀ ਖਜ਼ਾਨਾ ਰੂਪ ਸਤਿਗੁਰੂ ਨੇ ਕੁਸਲ ਖੇਮ ਦਾ ਇੱਕੋ ਰਸਤਾ ਦੱਸਿਆ ਹੈ ਜੀ। ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ, ਜੋ ਕੁਝ ਪ੍ਰਭ ਕਰੇ ਉਹ ਜੀਵ ਨੂੰ ਚੰਗਾ ਲੱਗੇ। ਸੋ ਸਿਧਾਂਤ ਇਹ ਹੈ ਕਿ ਹਉਮੈ ਨੂੰ ਮਾਰ ਕੇ ਉਸ ਪਰਮੇਸ਼ਰ ਦੇ ਭਾਣੇ ਵਿੱਚ ਸਮਾਉਣਾ ਹੈ ਜੀ। ਸਫਲ ਜੀਵਨ ਦਾ ਇਹੀ ਸੂਚਕ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।